Hello friends, I'm Neha Sharma from Ace English Academy. I'm here with a new video that's describe a law on environmental protection. So let's get started how you can answer this question. The environment is the greatest gift of God to man. Its abiotic components like air, water, lights, etc. and its biotic living components like plants, animals, human beings, etc. are responsible for the survival and existence of life on the planet. देखो ਇਹ ਭਗਵਾਨ ਦਾ ਦਿੱਤਾ ਹੋਇਆ greatest gift ਹੈ environment. Its abiotic components ਹੁੰਦੇ ਆ ਜਿਹੜੇ ਮਤਲਬ ਜਿਨ living ਨਹੀਂ ਹੁੰਦੇ abiotic components ਜਿਵੇਂ air water light ਹੈ ਔਰ biotic components ਨੇ living components ਨੇ human plants ਤੇ animals ਇਹ responsible ਨੇ ਕਾਦੇ ਲਈ survival and existence of life ਜ਼ਿੰਦਗੀ ਮਤਲਬ life possible ਹੈ ਇਸ planet ਤੇ ਇਹ ਇਹਨਾਂ ਚੀਜ਼ਾਂ ਕਰਕੇ ਹੀ possible ਹੈ despite being aware of the fact that we ਇਹਦੇ despite ਹੁੰਦਾ ਬਾਵਜੂਦ ਕਹਿੰਦਾ ਵੀ as fact ਦੇ aware ਹੋਣ ਦੇ ਬਾਵਜੂਦ ਵੀ that degradation of environment can have repercussion for human survival ਵੀ ਜੇ ਆਪਾਂ environment ਨੂੰ degrade ਕਰਦੇ ਹਾਂ ਇਹਦੇ ਨੁਕਸਾਨ ਹੋ ਸਕਦੇ ਆ repercussion ਹੁੰਦੇ negative impact ਤੇ degradation ਹੁੰਦਾ environment ਦਾ ਖਰਾਬ ਹੋਣਾ for human survival ਇਹ human survival ਵਾਸਤੇ negative ਹੋ ਸਕਦਾ even then ਫਿਰ ਵੀ individual keep on doing the same activities that harm the ecology ਕਹਿੰਦਾ ਵੀ ਹਿਊਮਨ ਉਹੀ ਚੀਜ਼ਾਂ ਕਰਦੇ ਰਹਿੰਦੇ ਆ ਜਿਹੜੇ ਇਕੋਲੋਜੀ ਨੂੰ ਹਾਰਮ ਕਰਦੇ ਆ ਬਟ the governments all over the world are taking initiatives for the restoration of the planet ਪਰ ਜਿਹੜਾ ਗਵਰਨਮੈਂਟ ਹੈ ਸਾਰੇ ਵਰਲਡ ਦੀਆਂ ਉਹ ਇਨੀਸ਼ੀਏਟਿਵਸ ਲੈ ਰਹੀਆਂ ਮਤਲਬ ਸਟੈਪਸ ਚੱਕ ਰਹੀਆਂ ਨੇ ਕਾਦੇ ਲਈ for the restoration of the planet restore ਕਰਨਾ ਮਤਲਬ ਉਸ ਨੂੰ ਦੁਬਾਰਾ ਉਸੇ ਫਾਰਮ 'ਚ ਲੈ ਕੇ ਜਾਣਾ ਮਤਲਬ ਜਿੱਦਾਂ ਪਹਿਲਾਂ ਸੀ ਪਲੈਨਟ ਉਸੇ ਫਾਰਮ 'ਚ ਲੈ ਕੇ ਜਾਣਾ ਉਸੇ ਕੰਡੀਸ਼ਨ 'ਚ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹਾਂ ਸੋ ਫਾਰ ਵੇਰੀਅਸ ਲਾਜ਼ ਹੈਵ ਬੀਨ ਇਨਫੋਰਸਡ ਵੀ ਹੁਣ ਤੱਕ ਸੋ ਫਾਰ ਹੁੰਦਾ ਹੁਣ ਤੱਕ ਵੇਰੀਅਸ ਲਾਜ਼ ਵੇਰੀਅਸ ਨੂੰ ਨਿਊਮਰਸ ਵੀ ਕਹਿ ਸਕਦੇ ਹੋ ਮਾਈਰੀਅਡ ਆਫ ਵੀ ਕਹਿ ਸਕਦੇ ਹੋ ਕਿ ਬਹੁਤ ਸਾਰੇ ਲਾਅ ਇਨਫੋਰਸ ਕੀਤੇ ਗਏ ਇਨਫੋਰਸ ਕਰਨਾ ਮਤਲਬ ਲਾਗੂ ਕਰਨਾ ਸੱਚ ਐਜ਼ ਏਅਰ ਅਮੈਂਡਮੈਂਟ ਐਕਟ 1987 एनवायरमेंट प्रोटेक्शन एक्ट 1986 वाइल्ड लाइफ प्रोटेक्शन एक्ट टू नेम बट अ फ्यू एक फ्रेज है भी कुछ दे नाम ਆਪਾਂ ਦੇ ਰਹੇ ਹਾਂ ਇੱਥੇ Here I would like to talk about noise pollution regulation and control amendment rules which was implemented in the year 2002 मैं ਇੱਥੇ noise pollution ਬਾਰੇ ਬੋਲਣਾ ਪਸੰਦ ਕਰੂੰਗੀ ਤਾਂ ਆਹ ਵਾਲੇ ਐਕਟ ਦਾ ਨਾਮ ਮੈਂ ਦਿੱਤਾ ਇਹ ਕਦੋਂ ਇੰਪਲੀਮੈਂਟ ਹੋਇਆ ਸੀ 2002 ਦੇ ਵਿੱਚ It lays down such terms and conditions that are necessary to reduce noise pollution, such as permitting the use of loudspeakers for a limited time period between 10 p.m. to 12 midnight or during any cultural and religious festival occasion. ਹੁਣ ਦੇਖੋ ਕਿ ਇਹ ਕੁਝ ਐਜੀਆਂ ਟਰਮਸ ਐਂਡ ਕੰਡੀਸ਼ਨਸ ਲੇ ਡਾਊਨ ਕਰਦਾ ਹੈ ਕਿ ਜੋ ਜ਼ਰੂਰੀ ਨੇ ਨੋਇਜ਼ ਪੋਲਿਊਸ਼ਨ ਨੂੰ ਰਿਡਿਊਸ ਕਰਨ ਵਾਸਤੇ ਔਰ ਇਹ ਪਰਮਿਟ ਕਰਦਾ ਸਿਰਫ ਲਾਊਡ ਸਪੀਕਰ ਦਾ ਯੂਜ਼ ਇੱਕ ਲਿਮਿਟਡ ਟਾਈਮ ਪੀਰੀਅਡ ਲਈ ਟਾਈਮ ਪੀਰੀਅਡ ਦੇ ਸਕਦੇ ਹਾਂ ਐਂਡ ਡਿਊਰਿੰਗ ਐਨੀ ਕਲਚਰਲ ਐਂਡ ਰਿਲੀਜੀਅਸ ਫੈਸਟਿਵ ਓਕੇਜ਼ਨ I think this is extremely important to regulate the ever increasing noise level in urban areas ਕਹਿੰਦਾ ਵੀ ਮੈਂ ਸੋਚਦਾ ਕਿ ਬਹੁਤ ਹੀ ਜ਼ਰੂਰੀ ਹੈ ਇਹ ਐਵਰ ਇਨਕਰੀਜ਼ਿੰਗ ਨੋਇਜ਼ ਲੈਵਲ ਮਤਲਬ ਜਿਹੜਾ ਵੱਧਦਾ ਹੋਇਆ ਨੋਇਜ਼ ਲੈਵਲ ਹੈ ਉਹਨੂੰ ਰੈਗੂਲੇਟ ਕਰਨਾ ਕਿੱਥੇ ਅਰਬਨ ਏਰੀਆ ਦੇ ਵਿੱਚ ਬਿਕੋਜ਼ ਅਰਾਊਂਡ ਦਾ ਕਲੋਕ ਕੈਕੋਫੋਨੀ ਹੁੰਦਾ ਸ਼ੋਰਗੁਲ ਕਹਿੰਦਾ ਵੀ ਜਿਹੜੇ 24 ਘੰਟੇ ਦਾ ਸ਼ੋਰਗੁਲ ਆਫ ਸਿਟੀ ਕਾਜ਼ ਸੀਰੀਅਸ ਹੈਲਥ ਇਸ਼ੂਜ਼ ਇਨ ਸਿਟੀ ਡਿਵੈਲਪਰਸ ਕਹਿੰਦਾ ਵੀ ਸਿਟੀ ਡਿਵੈਲਪਰਸ ਦੇ ਵਿੱਚ ਇਹਦੇ ਕਾਰਨ ਬਹੁਤ ਸਾਰੀਆਂ ਸੀਰੀਅਸ ਹੈਲਥ ਇਸ਼ੂਜ਼ ਆ ਜਾਂਦੇ ਨੇ when people are unable to get peace and proper sleep ਜਦੋਂ ਲੋਕ ਨਹੀਂ ਪ੍ਰੋਪਰ ਸ਼ਾਂਤੀ ਨਹੀਂ ਮਿਲਦੀ ਔਰ ਸੋ ਨਹੀਂ ਪਾਉਂਦੇ ਇਟ ਲੀਡਸ ਟੂ ਸਟ੍ਰੈਸ ਐਂਡ ਸਟੇਨ ਜਿਹਦੇ ਕਰਕੇ ਸਟ੍ਰੈਸ ਤੇ ਸਟੇਨ ਆ ਜਾਂਦਾ ਵਿਚ ਇਜ਼ ਨਾਟ ਐਟ ਆਲ ਗੁੱਡ ਫॉर द ਸਾਈਕੋਲੋਜੀਕਲ ਵੈਲਬੀਂਗ ਆਫ ਇੰਡੀਵਿਜੂਅਲਸ ਜੋ ਲੋਕਾਂ ਦੀ ਸਾਈਕੋਲੋਜੀਕਲ ਵੈਲਬੀਂਗ ਲਈ ਬਿਲਕੁਲ ਵੀ ਅੱਛਾ ਨਹੀਂ ਹੈ ਐਵਰ ਸਿੰਸ ਦਿਸ ਲਾਅ ਹੈਜ਼ ਬੀਨ ਇਨਫੋਰਸਡ ਜਦੋਂ ਦਾ ਇਹ ਜੋ ਲਾਅ ਹੈ ਇਸ ਨੂੰ ਇਨਫੋਰਸ ਕੀਤਾ ਗਿਆ ਐਟ ਲੀਸਟ ਪੀਪਲ ਐਟ ਨਾਈਟ ਪੀਪਲ ਕੈਨ ਹੈਵ ਸਾਊਂਡ ਸਲੀਪ ਕਹਿੰਦਾ ਵੀ ਕਮ ਸੇ ਕਮ ਰਾਤ ਨੂੰ ਉਹ ਚੰਗੀ ਨੀਂਦ ਸੋ ਸਕਦੇ ਆ ਅਦਰਵਾਈਜ਼ ਪੀਪਲ ਯੂਜ਼ ਟੂ ਕ੍ਰੀਏਟ ਲੋਟ ਆਫ ਨੋਇਜ਼ ਈਵਨ ਐਟ ਨਾਈਟ ਅਦਰਵਾਈਜ਼ ਤਾਂ ਕਹਿੰਦਾ ਵੀ ਲੋਕ ਬਹੁਤ ਜ਼ਿਆਦਾ ਨੋਇਜ਼ ਕਰਦੇ ਸੀ ਰਾਤ ਨੂੰ ਅਕੋਰਡਿੰਗ ਟੂ ਦਿਸ ਲਾਅ ਅ ਪਰਸਨ ਮੇ if the noise level exceeds the ambient noise standard by 10 decibel make a complaint to the authority ਕਹਿੰਦਾ ਵੀ ਇੱਕ ਬੰਦਾ ਦੇਖੋ ਇਹਦੇ ਵਿੱਚ ਮੈਂ ਥੋੜਾ ਜਿਹਾ ਸਟਰਕਚਰ ਚੇਂਜ ਹੈ
if a person may make a complaint to the authority, ਕਹਿੰਦਾ ਵੀ ਉਹ authority ਨੂੰ complain ਕਰ ਸਕਦਾ ਹੈ if the noise level exceeds the ambient noise standard by 10 decibel। ਕਹਿੰਦਾ ਵੀ ਅਗਰ ਜੋ noise level ਹੈ exceed ਕਰ ਜਾਂਦਾ ਹੈ ambient noise standard ਤੋਂ, ਜੋ ਕਿ ਹੈ 10 decibel ਹੈ। The authority shall act on the complaint, authority जो है वो काम करती है complaint दे ਜਦੋਂ ਵੀ ਕੋਈ complaint करता है and take action against the violator, violator ਜਿਹਨੇ rule ਤੋੜਿਆ ਹੁੰਦਾ ਹੈ ਤਾਂ ਉਹਦੇ against action ਲੈਂਦੀ ਹੈ in accordance with the provisions of these rules and regulations, ਕਿਹਦੇ according ਜੋ ਵੀ provisions ਦਿੱਤੇ ਹੋਏ ਨੇ ਇਸ rules or regulations ਦੇ ਵਿੱਚ ਜਾਂ according to this law। I got to know about this law when I visited my cousin, ਮੈਨੂੰ ਇਸ law ਬਾਰੇ ਪਤਾ ਚੱਲਿਆ ਜਦੋਂ ਮੈਂ ਆਪਦੇ cousin ਕੋਲੇ ਗਈ ਸੀ, who lives in Delhi on his birthday as he had to take permission to play sound system, ਕਿਉਂਕਿ ਉਹ ਦਿੱਲੀ ਗਈ ਉਹਦੇ ਬਰਥਡੇ ਤੇ ਉਹਨੂੰ permission ਲੈਣੀ ਪਈ ਸੀ sound system play ਕਰਨ ਵਾਸਤੇ before organizing party organize ਕਰਨ ਤੋਂ ਪਹਿਲਾਂ। but in the countryside there are no such kind of rules, ਪਰ countryside ਦੀ ਗੱਲ ਕਰੀਏ there is no such kind of rule, ਮਤਲਬ ਇੱਦਾਂ ਦਾ ਕੋਈ rule ਨਹੀਂ ਹੈਗਾ। but I think it's really important for the metropolitan cities, metropolitan cities ਹੁੰਦੀਆਂ ਵੱਡੀਆਂ cities ਵਾਸਤੇ ਇਹ ਬਹੁਤ ਜ਼ਰੂਰੀ ਹੈ where the noise level is very high and create psychological problems, ਤੇ ਜਿੱਥੇ ਬਹੁਤ ਜ਼ਿਆਦਾ noise level ਹੈ ਤੇ ਬਹੁਤ ਸਾਰੀਆਂ psychological problem create ਕਰ ਰਹੇ। तो आई होप यू अंडरस्टूड, और ਇਹਦੇ ਵਿੱਚ ਆਪਾਂ ਨੂੰ ਕੁਛ ਨਾ ਕੁਛ ਲਰਨ ਕਰਨਾ ਪਏਗਾ ਹੀ ਪਏਗਾ। ਕੁਝ ਵਰਡਸ ਨੇ ਔਰ ਸਟਾਰਟਿੰਗ ਦੀਆਂ ਜੋ ਲਾਈਨਸ ਆ ਤੁਸੀਂ ਟਾਸਕ 2 ਦੇ ਵਿੱਚ ਵੀ ਰਾਈਟਿੰਗ ਟਾਸਕ 2 ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ, ਠੀਕ ਹੈ। ਤਾਂ ਅਗਰ ਫਿਰ ਵੀ ਕੋਈ ਕਨਫਿਊਜ਼ਨ ਹੈ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਪੁੱਛ ਸਕਦੇ ਹੋ। ਔਰ ਅਗਰ ਤੁਹਾਨੂੰ ਮੇਰਾ ਕੰਟੈਂਟ ਅੱਛਾ ਲੱਗਦਾ ਹੈ ਤਾਂ ਪਲੀਜ਼ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ। ਥੈਂਕ ਯੂ।